अस्सलाम वालेकुम दोस्तों। लो जी दोस्तों, रंधावा व्लॉग यूट्यूब चैनल ते खुश आमदीद। लो जी दोस्तों, असीं अज मौजूद हाँ जी जिला कसूर ते पाकिस्तान दा आखिरी पिंड आ, इंडिया दे बार्डर दे उत्ते बिल्कुल मौजूद आ। ट्रैक्टर इत्थे MF 385 4x4। एक ट्रैक्टर हैगा वा डीलैक्स मॉडल और दूसरा ट्रैक्टर हैगा वा सादा 4x4 385। ਤੇ ਸਾਡੇ ਨਾਲ ਇਹਨਾਂ ਟਰੈਕਟਰਾਂ ਦੇ ਓਨਰ ਮੌਜੂਦ ਆ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਟਰੈਕਟਰ ਕਿਹੜੇ ਕਿਹੜੇ ਮਾਡਲ ਆ ਔਰ ਇਹ ਟਰੈਕਟਰਾਂ ਨਾਲ ਕਿਹੜਾ ਕਿਹੜਾ ਕੰਮ ਕੀਤਾ ਜਾਂਦਾ ਵਾ और सादा 85 ਦੇ ਅੰਦਰ और डिलैक्स ਦੇ ਅੰਦਰ ਕੀ ਫਰਕ ਮਹਿਸੂਸ ਹੋਇਆ। अस्सलाम वालेकुम जी। वालेकुम अस्सलाम जी। ਸਭ ਤੋਂ ਪਹਿਲੇ ਤੇ ਜੀ ਆਪਣਾ ਤਾਰਫ ਕਰਵਾਓ, ਫਿਰ ਆਪਣੇ ਇਲਾਕੇ ਦੇ ਬਾਰੇ ਸਾਡੇ ਦੋਸਤਾਂ ਨੂੰ ਥੋੜਾ ਜਿਹਾ ਦੱਸੋ। मेरा नाम इकबाल हुसैन है। मैं बस्ती सूफी मोहम्मद याद दे रहने वाला जिला कसूर दे ते ਅੱਛਾ, ਜਿਹੜੀ ਜਗ੍ਹਾ ਤੇ ਅਸੀਂ ਮੌਜੂਦ ਆ ਇਸ ਤੋਂ ਇੰਡੀਆ ਕਿੰਨੀ ਕੁ ਦੂਰ ਆ ਪਿੱਛੇ? तकरीबन कोई 1 किलोमीटर दे ਯਾਨੀ ਕਿ ਬਿਲਕੁਲ ਇਹ ਆਖਰੀ ਪਿੰਡ ਵਾ। हाँ जी। ਇਸ ਤੋਂ ਅੱਗੇ ਬਾਰਡਰ ਸ਼ੁਰੂ ਹੋ हाँ ਜਾਂਦਾ। जी, इस तो अगे बार्डर है। ਤੇ ਇਹ ਤੁਸੀਂ 4x4 385 ਰੱਖੇ ਨੇ। ਇੱਥੇ ਜ਼ਿਆਦਾ ਕਿਹੜੀ ਚੀਜ਼ ਦਾ ਜਿਹੜਾ ਜ਼ਿਮੀਂਦਾਰਾ ਕਰਦੇ ਜੇ ਇਹਨਾਂ ਦੇ ਨਾਲ? ਇਹ ਸ਼ੌਕ ਨਾਲ ਹੀ ਰੱਖੇ ਨੇ। ਕੰਮ ਤਾਂ ਜਿਹੜਾ ਦੂਸਰੇ ਵੀ ਕਰਦੇ ਨੇ, ਸਾਦੇ ਵੀ, ਤੇ ਇਹ ਸ਼ੌਕ ਸੀ ਸਾਡਾ। ਅਸੀਂ ਉਹ 4x4 ਦਾ ਲੈ ਕੰਮ ਸਾਰਾ ਹੀ ਇਹ ਕਰਦੇ ਨੇ। ਹਲ ਵੀ ਵਾਹਦੇ ਨੇ, ਡਿਸਕਾਂ ਵੀ ਇਹ ਚਲਾਉਂਦੇ ਨੇ, ਕਰਾਈ ਵੀ ਇਹ ਕਰਦੇ ਨੇ। ਪਲਾਂਟਰ ਨਾਲ ਆਲੂ ਵੀ ਤੁਸੀਂ ਕੇਰ ਸਕਦੇ ਹੋ, ਰੂਟਰ ਵੀ ਚਲਾਉਂਦੇ ਨੇ, ਟਰਾਲਾ ਵੀ ਇਹ ਚਲਾਉਂਦੇ ਨੇ। ਮਤਲਬ ਤੁਸੀਂ ਜ਼ਿਮੀਂਦਾਰੇ ਦਾ ਜਿਹੜਾ ਵੀ ਕੰਮ ਹੈ ਤੁਸੀਂ ਇਹਦੇ ਤੋਂ ਲੈ ਸਕਦੇ ਹੋ। ਇਹ ਸਾਰਾ ਹੀ ਕੰਮ ਕਰਦੇ ਨੇ ਔਰ ਅੱਛੇ ਤਰੀਕੇ ਨਾਲ ਇਹ ਕੰਮ ਕਰਦੇ ਨੇ। ਇਹ ਬਹੁਤ ਅੱਛੇ ਟਰੈਕਟਰ ਨੇ। ਇਹ ਕਿਹੜਾ ਕਿਹੜਾ ਮਾਡਲ ਆ ਆਪਣੇ ਕੋਲ? 2024 ਮਾਡਲ ਹੈ। ਇਹ ਕਿੰਨੇ ਕਿੰਨੇ ਚੱਲ ਗਏ ਟਰੈਕਟਰ ਦੋਵੇਂ ਹੀ ਹੁਣ ਤਕਰੀਬਨ ਤੱਕ? ਕੋਈ 200 ਕਿਲੋਮੀਟਰ 200 ਘੰਟਾ ਚੱਲੇ ਨੇ। ਸਹੀ 24 ਮਾਡਲ ਆ ਦੋਵੇਂ? ਹਾਂਜੀ। ਅੱਛਾ ਭਾਈ, ਤੁਹਾਡੇ ਕੋਲ ਸਾਦਾ ਵੀ ਹੈ 85 4x4 ਹਾਂਜੀ। ਔਰ ਡਿਲੈਕਸ ਵੀ ਹੈਗਾ ਵਾ। ਤੇ ਡਿਲੈਕਸ ਦੇ ਅੰਦਰ ਔਰ ਸਾਦਾ ਦੇ ਅੰਦਰ ਤੁਹਾਨੂੰ ਕੀ ਫਰਕ ਮਹਿਸੂਸ ਹੁੰਦਾ? ਜਿਹੜਾ ਸਾਦਾ ਟਰੈਕਟਰ ਹੈ ਉਹ ਡਿਲੈਕਸ ਦੇ ਨਿਸਬਤ ਠੀਕ ਹੈਗਾ। ਡਿਲੈਕਸ ਜਿਹੜਾ ਨਾ ਉਹ ਇੱਕ ਸਮਝ ਲਓ ਵੀ ਉਹਨਾਂ ਨੇ ਪੈਸੇ ਵਧਾਉਣ ਵਾਸਤੇ ਇਹਨਾਂ ਨੂੰ ਨਾ ਇਜ਼ਾਫੀ ਚੀਜ਼ਾਂ ਦਾ ਜਿਹੜਾ ਨਾ ਉਹ ਨਾਲ ਐਡ ਕੀਤੀਆਂ ਨੇ। ਬਾਕੀ ਇਹਨਾਂ ਦਾ ਕੋਈ ਖਾਸ ਫਾਇਦਾ ਨਹੀਂ ਹੈਗਾ। ਨਹੀਂ, ਇਹ ਜਿਸ ਤਰ੍ਹਾਂ ਡਿਲੈਕਸ ਨੂੰ ਵੇਟ ਆਉਂਦੇ ਨੇ, ਵੇਟਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਵੇਟਾਂ ਦੀ ਨਹੀਂ ਜ਼ਰੂਰਤ ਹੈ? ਸਾਡੇ ਕੋਲ ਇੱਥੇ ਜ਼ਮੀਨਾਂ ਜਿਹੜੀਆਂ ਨਾ ਉਹ ਰੇਤਲੀਆਂ ਨੇ, ਸਾਨੂੰ ਵੇਟਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇਸ ਟਰੈਕਟਰ ਨੂੰ ਵੇਖ ਲਓ, ਉਹ ਵੇਟ ਲੱਗੇ ਸੀ, ਇਹਦੇ ਲਾ ਦਿੱਤੇ ਨੇ। ਤੇ ਦੂਸਰਾ ਟਰੈਕਟਰ ਜਿਹੜਾ ਉਹ ਸਾਦਾ ਸਹੀ ਤਰੀਕੇ ਨਾਲ ਚੱਲਦਾ, ਬਿਹਤਰੀਨ। ਇਹ ਸ਼ਾਇਦ ਪੱਕੀ ਜਗ੍ਹਾ ਵਾਸਤੇ ਉਹਨਾਂ ਨੇ ਵੇਟ ਵੂਟ ਲਾਏ ਹੋਣ, ਲੇਕਿਨ ਇਸ ਜਗ੍ਹਾ ਤੇ ਸਾਨੂੰ ਇਹਨਾਂ ਵੇਟਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ। ਸਹੀ। ਅੱਛਾ, ਜਾਨੀ ਕਿ ਤੁਸੀਂ ਸਮਝਦੇ ਕਿ ਡਿਲੈਕਸ ਲੈਣ ਨੂੰ ਸਾਦਾ 85 ਲੈਣਾ ਚਾਹੀਦਾ? ਹਾਂਜੀ, ਉਹ ਠੀਕ ਹੈ। ਕਿਉਂਕਿ ਅਸੀਂ ਤੇ ਵਾਹ ਕੇ ਵੇਖਿਆ ਇਸ ਵਾਸਤੇ ਕਿ ਸਾਡੇ ਸਾਹਮਣੇ ਸਾਰਾ ਕੁਝ, ਅਸੀਂ ਜਿਹਨੂੰ ਲੱਗੇ ਸੀ ਵੇਟ ਅਸੀਂ ਉਹਦੇ ਵੀ ਲਾਏ ਨੇ। ਸਹੀ। ਤੇ ਹੋਰ ਇਹਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੂਸਰੇ ਵਾਲੀਆਂ ਨੇ ਤਕਰੀਬਨ ਸਾਰੀਆਂ। ਸਹੀ। ਹਾਂਜੀ। ਅੱਛਾ ਭਾਈ, ਇਹਦੇ ਤੋਰੇ ਦੇ ਅੰਦਰ ਤੇ ਜਿਹੜਾ ਸਾਦਾ ਉਸ ਦੇ ਤੋਰੇ ਦੇ ਅੰਦਰ ਤਕਰੀਬਨ ਬਰਾਬਰ ਹੀ ਨੇ, ਕੋਈ ਫਰਕ ਨਹੀਂ ਹੈ। ਨਹੀਂ, ਉਹਨੂੰ ਟਾਇਰ ਥੋੜੇ ਜਿਹੇ ਵੱਡੇ, ਉਹਨਾਂ ਦੇ ਨਾਲ ਕੋਈ ਫਰਕ ਥੋੜਾ ਬਹੁਤਾ? ਨਹੀਂ, ਕੋਈ ਸਾਨੂੰ ਤਾਂ ਇਹਦਾ ਕੋਈ ਖਾਸ ਫਰਕ ਨਹੀਂ ਲੱਗਾ। ਸਹੀ। ਅੱਛਾ, ਇਹ ਹਲਾਂ ਦੇ ਉੱਤੇ ਡੀਜ਼ਲ ਐਵਰੇਜ ਕੀ ਦਿੰਦਾ ਤੁਹਾਨੂੰ 4x4? ਸਹੀ, ਅਗਰ ਇਹਦਾ ਪੰਪ ਸਹੀ ਹੋਵੇ ਤੇ ਤਕਰੀਬਨ 2.5 ਲੀਟਰ ਦੇ ਰਾਉਂਡ ਬਾਉਂਡ ਤੇਲ ਖਾਂਦਾ। ਕਿੰਨੀਆਂ ਹਲਾਂ ਤੇ? 13 ਹੱਲਾਂ ਤੇ, 15 ਹੱਲਾਂ ਤੇ ਵੀ ਤੁਸੀਂ ਲਾ ਲਓ ਤੇ ਇੰਨਾ ਹੀ ਖਾਂਦਾ, 13 ਤੇ ਵੀ ਲਾ ਲਓ ਇੰਨਾ ਹੀ ਖਾਂਦਾ। ਸਹੀ। ਲੇਕਿਨ ਉਹ ਬੰਦਾ ਵਾਹਣ ਵਾਲੇ ਤੇ ਗੱਲ ਮੁੱਕਦੀ ਹੈ ਕਿ ਬੰਦਾ ਕਿਸ ਤਰ੍ਹਾਂ ਦਾ ਕਾਰੀਗਰ ਹੈ ਜਾਂ ਨਾੜੀ ਬੰਦਾ। ਹਾਂਜੀ ਭਾਈ, ਕੋਈ ਅਣਜਾਣ ਬੰਦਾ ਹੋਵੇ ਦਿਲ ਕਰੇ ਇੱਕ ਪੈਲੀ ਦੀ ਬਜਾਏ ਉਹ 1.5 ਪੈਲੀ ਵਾਦੇ ਕਿੰਨੇ ਕਿੰਨੇ ਫੇਰੇ ਹੀ ਜਾਇਆ ਕਰਦੇ। ਹਾਂਜੀ, ਫਿਰ ਉਹਨੇ ਤੇਲ ਜ਼ਿਆਦਾ ਖਾਣਾ ਹੀ ਖਾਣਾ ਹੈ। ਸਹੀ। ਐਵਰੇਜ ਤੇ ਅਸੀਂ ਫੇਰੇ ਤੋਂ ਫੇਰੇ ਦੀ ਲੈ ਸਕਦੇ ਆ ਨਾ, ਵੀ ਇੱਕ ਫੇਰਾ ਨਾ ਜਾਇਆ ਹੋਵੇ। ਬਿਲਕੁਲ। ਅੱਛਾ ਭਾਈ, ਜਿਹੜਾ 4x4 385 ਆ, ਇਹਨੂੰ ਹਲਾਂ ਦੇ ਉੱਤੇ 13 ਹੱਲਾਂ ਤੇ ਜਾਂ 15 ਹੱਲਾਂ ਤੇ ਕਿੰਨੇ 100 RPM ਤੇ ਚਲਾਉਣਾ ਚਾਹੀਦਾ ਵਾ? ਤਕਰੀਬਨ 1800 ਚੱਕਰ ਤੇ ਚਲਾਉਣਾ ਚਾਹੀਦਾ। ਸਹੀ। ਹਾਂਜੀ। ਤੇ ਇਹਨੂੰ PTO ਤੇ ਰੂਟਾ ਵਾਟਰ ਤੇ ਕਿੰਨੇ 100 RPM? 1800 ਚੱਕਰ ਤੇ ਤੁਸੀਂ ਇਹਨੂੰ ਵਾਹਦੇ ਰਹੋ, ਠੀਕ ਰਹੇਗਾ। ਰੂਟਾ ਵਾਟਰ ਤੇ ਵੀ? ਹਾਂਜੀ। ਸਹੀ। ਤੇ ਇਹ ਕਿੰਨੇ ਕਿ ਇਹਨੂੰ RPM ਤੋੜਨੇ ਚਾਹੀਦੇ ਨੇ ਹੱਲਾਂ ਦੇ ਉੱਤੇ? ਤਕਰੀਬਨ 200 250 ਬਸ, ਇਸ ਤੋਂ ਜ਼ਿਆਦਾ ਨਹੀਂ। ਅਗਰ ਇਸ ਤੋਂ ਜ਼ਿਆਦਾ ਤੋੜੇ ਤਾਂ ਫਿਰ ਪੰਪ 'ਚ ਮਸਲਾ ਹੈ। ਸਹੀ। ਹਾਂਜੀ। ਬਾਕੀ ਭਾਈ ਤੁਸੀਂ 85 ਲਵਰ ਵੀ ਜੇ ਕਹਿ ਲਓ, 85 ਵਾਉਂਦੇ ਜੇ, ਮੈਸੀ ਦਾ ਇਲਾਕਾ ਸਾਰਾ ਏ। ਹਾਂਜੀ। ਤੇ ਕੰਪਨੀ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਜੇ? ਕੰਪਨੀ ਨੂੰ ਅਸੀਂ ਇਹੀ ਪੈਗਾਮ ਦੇਣਾ ਚਾਹਾਂਗੇ ਕਿ ਜਿਹੜਾ ਕੀਮਤਾਂ ਇਹਨਾਂ ਦੀਆਂ ਬਹੁਤ ਜ਼ਿਆਦਾ ਨੇ, ਕੀਮਤਾਂ ਦੇ ਵਿੱਚ ਇਹਨਾਂ ਦੀ ਕਮੀ ਕੀਤੀ ਜਾਵੇ। ਕਿਉਂਕਿ ਇੰਨੇ ਦਾ ਟਰੈਕਟਰ ਹੈਗਾ ਨਹੀਂ ਜਿੰਨੀਆਂ ਕੀਮਤਾਂ ਲਾਈਆਂ ਜਾਂਦੀਆਂ ਨੇ। ਸਹੀ। ਕਿਉਂਕਿ ਆਮ ਬੰਦੇ ਦੇ ਵਸਦਾ ਰੋਗ ਹੀ ਨਹੀਂ ਦਾ ਕਿ ਉਹ ਟਰੈਕਟਰ ਲੈ ਲਵੇ। ਹੁਣ ਤੇ ਆਮ ਬੰਦਾ 240 ਟਰੈਕਟਰ ਜਿਹੜਾ ਨਾ ਉਹ ਨਹੀਂ ਲੈ ਸਕਦਾ, ਕੀਮਤਾਂ ਇੰਨੀਆਂ ਉੱਤੇ ਚਲੀਆਂ ਗਈਆਂ ਨੇ। ਕਮ ਸੇ ਕਮ ਵੀ ਇਹਨੂੰ ਜ਼ਿਆਦਾ ਤੋਂ ਜ਼ਿਆਦਾ 15 ਲੱਖ ਰੁਪਈਆ ਇਹ ਟਰੈਕਟਰ ਜਿਹੜਾ ਨਾ ਥੱਲੇ ਆਉਣਾ ਚਾਹੀਦਾ 4x4। ਇਸ ਟਾਈਮ ਤੇ ਤਕਰੀਬਨ ਇੱਕ 50-55 ਲੱਖ ਦਾ ਟਰੈਕਟਰ ਹੈ ਤੇ ਇਹਨੂੰ 40 ਲੱਖ ਦੇ ਨਜ਼ਦੀਕ ਹੋਣਾ ਚਾਹੀਦਾ, ਜ਼ਿਆਦਾ ਤੋਂ ਜ਼ਿਆਦਾ 40 ਤੋਂ ਉੱਤੇ ਨਹੀਂ ਹੋਣਾ ਚਾਹੀਦਾ।
ਅੱਛਾ ਭਾਈ, ਤੁਸੀਂ ਬਾਰਡਰ ਦੇ ਉੱਤੇ ਰਹਿੰਦੇ ਜੇ, ਅੱਜ ਜਿੱਥੇ ਤੁਹਾਡਾ ਰਕਬਾ ਵਾ, ਤੁਹਾਡੇ ਰਕਬੇ ਦੇ ਨਾਲ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਇੰਡੀਆ ਦਾ ਰਕਬਾ, ਸਾਡਾ ਰਕਬਾ ਸਾਂਝਾ ਵਾ। ਹਾਂਜੀ। ਇੱਥੇ ਇੰਡੀਆ ਦੇ ਟਰੈਕਟਰ ਵੀ ਆਉਂਦੇ ਨੇ ਹਲ ਵਾਉਣ, ਰੂਟਰ ਮਾਰਨ, ਆਪਣੀ ਬਿਜਾਈ ਕਰਨ, ਤੇ ਤੁਸੀਂ ਕਦੀ ਲਾਗੋਂ ਚੱਲਦੇ ਵੇਖੇ ਆ ਟਰੈਕਟਰ ਉਹਨਾਂ ਦੇ? ਹਾਂਜੀ ਵੇਖੇ ਨੇ, ਕੋਲ ਸਾਡੀ ਜ਼ਮੀਨ ਦੇ ਨਾਲ ਉਹਨਾਂ ਇੰਡੀਆ ਦੀ ਜ਼ਮੀਨ ਟੈਚ ਹੁੰਦੀ ਹੈ। ਜ਼ੀਰੋ ਲਾਈਨ ਦੇ ਉੱਤੇ ਖੜੇ ਹੋ ਕੇ ਅਸੀਂ ਉਹਨਾਂ ਨੂੰ ਵੇਖਦੇ ਆ, ਠੀਕ ਚੱਲਦੇ ਨੇ, ਧੂਆਂ ਉਹਨਾਂ ਨਹੀਂ ਮਾਰਨਾ, ਸਾਊਂਡ ਉਹਨਾਂ ਦੀ ਅੱਛੀ ਹੈ, ਸਪੀਡ ਜ਼ਿਆਦਾ ਹੈ। ਸਹੀ ਹੈ। ਹਾਂਜੀ। ਇੱਥੇ ਕਿਹੜੇ ਟਰੈਕਟਰ ਅਕਸਰ ਤੁਸੀਂ ਇੰਡੀਆ ਦੇ ਕੋਈ ਜ਼ਿਆਦਾ ਵੇਖੇ, ਜਿਹੜੇ ਜ਼ਿਆਦਾ? ਮਹਿੰਦਰਾ, ਫੋਰਡ, ਇਸ ਤਰ੍ਹਾਂ ਦੇ ਹੋਰ ਕਈ ਟਰੈਕਟਰ ਨੇ ਜਿਹੜੇ ਉਹਨਾਂ ਦੇ ਚੱਲਦੇ ਨਹੀਂ, ਜ਼ਿਆਦਾ ਇਹ ਜਿਹੜੇ ਇਲਾਕੇ 'ਚ ਅਸੀਂ ਮੌਜੂਦ ਆ, ਇਹਦੇ ਮਹਿੰਦਰਾ ਟਰੈਕਟਰ ਜ਼ਿਆਦਾ ਚੱਲਦੇ। ਪਰਲੇ ਬੰਨੇ ਇੰਡੀਆ ਦਾ ਕਿਹੜਾ ਸ਼ਹਿਰ ਲੱਗਦਾ ਇੱਥੇ? ਇੱਥੇ ਇੱਧਰ ਫਿਰੋਜ਼ਪੁਰ ਲੱਗਦਾ ਤੇ ਇੱਧਰ ਮਹਿਦੀਪੁਰ, ਤਰਨਤਾਰਨ ਜ਼ਿਲ੍ਹੇ ਨੇ। ਤਰਨਤਾਰਨ ਜ਼ਿਲ੍ਹਾ। ਸਹੀ, ਪੰਜਾਬ ਦੇ ਹੀ ਜ਼ਿਲ੍ਹੇ ਦੋਵੇਂ? ਹਾਂ ਪੰਜਾਬ ਦੇ। ਸਹੀ ਜਾਨੀ ਕਿ ਕਹ ਲਓ ਵੀ ਫਾਜ਼ਿਲਪੁਰ, ਨਹੀਂ ਫਿਰੋਜ਼ਪੁਰ ਤੇ ਤਰਨਤਾਰਨ ਲੱਗਦਾ ਜੀ। ਸਹੀ ਜਾਨ ਕੇ ਅੰਦਰ ਬੈਕ ਸਾਈਡ ਤੇ ਖੇਮ ਕਰਨਾ ਹੈ। ਸਹੀ। ਅੱਛਾ ਭਾਈ, ਤੁਸੀਂ ਉਹਨਾਂ ਦੇ ਟਰੈਕਟਰ ਵੀ ਵਹਿੰਦੇ ਜੇ, ਤੁਸੀਂ ਕਹ ਲਓ ਵੀ ਕਰੀਬ ਤੋਂ ਵੇਖੇ ਜਾਂ ਪੈਲੀ ਹਟਵਾ ਖਲੋ ਕੇ ਵੇਖੇ ਨੇ, ਉਹਨਾਂ ਦੇ ਟਰੈਕਟਰਾਂ ਦੇ ਅੰਦਰ ਔਰ ਸਾਡੇ ਟਰੈਕਟਰਾਂ ਦੇ ਅੰਦਰ ਤੁਸੀਂ ਕੀ ਫਰਕ ਮਹਿਸੂਸ ਕਰਦੇ ਜੀ? ਅਸੀਂ ਤਾਂ ਜੀ ਫਿਰ ਆਪਦੇ ਟਰੈਕਟਰਾਂ ਨੂੰ ਹੀ ਅੱਛਾ ਸਮਝਾਂਗੇ, ਅਸੀਂ ਕਿਸੇ ਦੇ ਨੂੰ ਕਿਉਂ ਆਖੀਏ ਵੀ ਕਿਸੇ ਦੇ ਚੰਗੇ ਨੇ। ਸਾਡੇ ਵਾਸਤੇ ਇਹ ਸੋਨਾ ਹੈ। ਸਹੀ। ਨਹੀਂ ਕੁਝ ਫਰਕ ਚੱਲਣ ਦੇ ਵਿੱਚ ਵੀ ਜਿੱਦਾਂ ਫਰਕ ਤਾਂ ਤੁਹਾਨੂੰ ਪਹਿਲੇ ਦੱਸਿਆ ਨਾ ਕਿ ਉਹਨਾਂ ਦੀ ਜਿਹੜੀ ਮਾਰਕੀਟ ਨਾ ਚੱਲਣ ਦੇ ਹਿਸਾਬ ਦੇ ਮੁਤਾਬਕ ਉਹ ਇਹਨਾਂ ਨਾਲੋਂ ਬੈਸਟ ਚੱਲਦੇ ਨੇ। ਮੇਰੇ ਖਿਆਲ 'ਚ ਇਹਨਾਂ ਨਾਲੋਂ ਖਰਚਾ ਠੀਕ ਹੈ। ਡੀਜ਼ਲ ਤੋਂ ਉਹਨਾਂ ਦਾ ਜ਼ਰੂਰ। ਲੇਕਿਨ ਅਸੀਂ ਮੁਲਕ ਦੇ ਹਿਸਾਬ ਨਾਲ ਅਗਰ ਅਸੀਂ ਚਲੇ ਜਾਵਾਂਗੇ ਤੇ ਫਿਰ ਅਸੀਂ ਆਪਦੇ ਮੁਲਕ ਨੂੰ ਤਰਜੀਹ ਦੇਵਾਂਗੇ। ਫਿਰ ਅਸੀਂ ਉਹਨਾਂ ਨਹੀਂ ਆਪਾਂ ਕੰਪੇਅਰ ਕਰੀਏ ਨਾ ਉਹਨਾਂ ਦੇ ਟਰੈਕਟਰ ਦੇ ਨਾਲ, ਇੱਕ ਲਾਗੇ ਹੋਣ ਦੇ ਵੀ ਤੁਸੀਂ ਲਾਗੋਂ ਚੱਲਦੇ ਵੇਖੇ ਨੇ ਨਾ, ਫਿਰ ਇਹਨਾਂ ਨਾਲੋਂ ਉਹ ਚੰਗੇ ਨੇ। ਸਹੀ। ਇਹ ਹਾਂਜੀ। ਘੰਟੇ 'ਚ ਪਾਵੇ ਤਾਂ ਕਿੱਲਾ, ਉਹ ਅੱਧੇ 'ਚ ਪਾਵੇ। ਸਹੀ ਸਪੀਡ ਬਹੁਤ ਸਪੀਡ ਦੂਸਰੇ ਗੇਅਰ ਜਿੰਨੀ ਹੈ। ਸਹੀ। ਤੇ ਲੋਡ ਛੋੜ ਕੋ ਧੂਆਂ ਛੂਆਂ? ਤਾਂ ਕੋਈ ਧੂਆਂ ਨਹੀਂ, ਕੋਈ ਲੋਡ ਜਿੰਨਾ ਮਰਜ਼ੀ ਉਹਨਾਂ ਪਾਈ ਜਾਓ, ਮਹਿਸੂਸ ਨਹੀਂ ਕਰਾਉਂਦੇ। ਸਹੀ। ਫਿਰ ਲੇਜ਼ਰ ਫੇਰਦੇ, ਲੇਜ਼ਰ ਦੂਸਰੇ 'ਚ ਫਿਰ ਭਜਾਦੇ ਕੀ ਕਰਦੇ, ਬੜੀ ਸਪੀਡ ਨਾਲ ਬੜੀ ਸਪੀਡ ਤੇ ਭਜਦੇ ਹੈਗੇ ਨੇ। ਬਾਕੀ ਇਹਨੂੰ ਦੂਸਰਾ ਲਾ ਲਓ ਤੇ ਖਤਮ। ਸਹੀ। ਇਹਨੇ ਮਰ ਜਾਣਾ ਸਸਤੀ। ਸਹੀ। ਅੱਛਾ ਭਾਈ, ਸਾਡੇ ਡੀਜ਼ਲ ਵੀ ਨਹੀਂ ਨਾ ਮਿਲਦਾ ਹੀ ਉਹਨਾਂ ਦੇ ਮਿਆਰ ਦਾ, ਸਾਡੇ ਦੇ ਇੱਥੇ। ਅਸੀਂ ਆਪਣਾ ਮੋਬਲ ਵਾਲੇ ਪਾ ਲਈਏ, ਫਿਰ ਵੀ ਇਹਦੀ ਐਵਰੇਜ ਉਹ ਹੋਈ, ਧੂਏ ਵਾਲੇ ਫਿਰ ਕਸਰ ਉਹ ਹੋਈ। ਸਹੀ। ਕਿਉਂਕਿ ਉਹਨਾਂ ਦਾ ਕੋਈ ਪੰਪ 'ਚ ਰੌਲਾ ਹੈ ਕਿ ਇੰਜਨ 'ਚ ਕੋਈ ਮਸਲਾ ਉਹਨਾਂ ਦਾ ਹੈਗਾ ਨਾ, ਉਹਨਾਂ ਕੋਲ ਫਨ ਹੈਗਾ ਕਿ ਜਿਹੜੀ ਵੇ ਕਾਮਯਾਬ। ਅਸਲੇ ਕੰਪਨੀਆਂ ਨੇ ਵਿੱਚ ਬੰਦੇ ਸਹੀ ਹੋਣ, ਬਣਾਉਣ ਵਾਲੇ ਤੇ ਪੈ ਜਾਣ, ਇਹ ਟਰੈਕਟਰ ਬਿਹਤਰੀਨ ਨੇ। ਸਹੀ। ਔਰ ਇਹ ਟਰੈਕਟਰ ਏਡੇ ਮਾੜੇ ਨਹੀਂ ਹੈਗੇ। ਅਗਰ ਏਡੇ ਮਾੜੇ ਹੋਣ ਤੇ ਇਹਨਾਂ ਨੂੰ ਕੌਣ ਲਵੇ। ਲੇਕਿਨ ਉਹ ਕੰਪਨੀ ਦੇ ਵਿੱਚ ਜਿਹੜੇ ਬੰਦੇ ਨੇ ਉਹ ਇਹਨਾਂ ਦਾ ਸਹੀ ਜਿਹੜਾ ਤਸੱਲੀ ਨਾਲ ਕੰਮ ਨਹੀਂ ਕਰਵਾਉਂਦੇ। ਸਹੀ। ਅੱਛਾ ਭਾਈ, ਇਹ ਜਿਹੜੇ 4x4 ਆ, ਇਹਦਾ ਜਿਹੜਾ ਇੰਜਨ ਦਾ ਆਇਲ ਆ ਕਿੰਨੀ ਦੇਰ ਬਾਅਦ ਬਦਲਣਾ ਚਾਹੀਦਾ ਵਾ? ਇਹਦਾ ਤਕਰੀਬਨ ਕੋਈ 80 ਤੋਂ 90 ਘੰਟੇ ਬਾਅਦ। ਤੇ ਅਗਲੇ ਹਿੱਸੇ ਦਾ ਤੇਲ ਜਿਹੜਾ ਅਗਲੇ ਗੇਅਰ ਦਾ ਵਾ? ਉਹਦਾ ਹੀ ਕਹਿ ਰਿਹਾ। ਨਹੀਂ ਅਗਲੇ ਗੇਅਰ ਦਾ ਜਿਹੜਾ 4x4 ਵਾਲੀ ਆ ਕਿੱਟ ਵਾ, ਇਹਦਾ ਨਹੀਂ ਬਦਲਿਆ ਕਦੀ? ਨਹੀਂ ਅਜੇ ਤੱਕ ਅਸੀਂ ਨਹੀਂ ਬਾਲਿਆ। 200 ਘੰਟਾ ਹੋ ਗਿਆ, ਅਜੇ ਤੱਕ ਅਸੀਂ ਨਹੀਂ ਬਾਲਿਆ। ਸਹੀ। ਨਹੀਂ ਕੋਈ ਕੰਪਨੀ ਨੇ ਤੁਹਾਨੂੰ ਦੱਸਿਆ ਹੋਵੇ ਵੀ ਇਹ ਕਿੰਨੀ ਦੇਰ ਬਾਅਦ ਬਦਲਣਾ ਜਾਂ? ਨਹੀਂ, ਫਿਲਹਾਲ ਬਦਲਣ ਵਾਲਾ ਅਸੀਂ ਆਪਦੇ ਹਿਸਾਬ ਨਾਲ ਕਹਿੰਦੇ ਆ ਕਿ ਇਹਨੂੰ ਹੁਣ ਚੇਂਜ ਕਰਾ ਦੇਣਾ ਚਾਹੀਦਾ। ਲੇਕਿਨ ਕੰਪਨੀ ਨੇ ਸਾਡੇ ਨਾਲ ਇਸ ਮਾਮਲੇ ਤੇ ਗੱਲ ਹੀ ਨਹੀਂ ਕੀਤੀ। ਕੰਪਨੀ ਦਾ ਤਾਂ ਬੰਦਾ ਹੀ ਬਾਹਰ ਨਹੀਂ ਆਉਂਦਾ। ਉੱਥੋਂ ਬਸ ਜਿੰਨੇ ਨਾਲ ਗੱਲ ਕੀਤੀ, ਪੈਸੇ ਦਿੱਤੇ ਬਾਹਰ ਡੀਲਰ ਨੂੰ, ਡੀਲਰ ਅੰਦਰੋਂ ਉਹਨੇ ਬੰਦਾ ਘਲਾਇਆ, ਉਹ ਅੰਦਰੋਂ ਟਰੈਕਟਰ ਰੇੜ ਕੇ ਬਾਹਰ ਲਾਇਆ। ਸਹੀ। ਅਸੀਂ ਉਹਨੇ ਜਾਨ ਛੁੱਟੀ, ਉਹਨੇ ਲਿਆ ਕੇ ਬੂਹੇ ਅੱਗੇ ਠੱਲਿਆ, ਉਹਨੇ ਚਾਬੀ ਲਈ, ਫਿਰ ਰੁਪਈਆ 1000 ਮੈਨੂੰ ਤੇ ਟਰੈਕਟਰ ਫੜੋ ਤੇ ਘਰ ਜਾਓ। ਨਾ ਕੋਈ ਕਿਤਾਬ ਪੜ੍ਹੀ ਤੇ ਨਾ ਕਿਸੇ ਨੇ ਦੱਸਿਆ, ਨਾ ਸਾਨੂੰ ਪਾਇਆ। ਤੇ ਸਾਨੂੰ ਕੀ ਪਤਾ ਚੱਲਣਾ ਵੀ ਇਹ ਕਿੰਨੇ ਘੰਟੇ ਬਾਅਦ। ਅਸੀਂ ਤਾਂ ਉਦੋਂ ਹੀ ਵੇਖਣਾ ਜਦੋਂ ਟੁੱਟ ਕੇ ਟਾਇਰ ਥੱਲੇ ਡਿੱਗ ਪਿਆ ਵੀ ਅੱਛਾ ਇਹਦਾ ਤੇਲ ਨਹੀਂ ਬਦਲਿਆ ਸ਼ਾਇਦ, ਇਸ ਵਾਸਤੇ ਹੀ। ਅੱਛਾ ਭਾਈ, ਆਖਰੀ ਸਵਾਲ, 4x4 ਸਾਦਾ ਲੈਣਾ ਚਾਹੀਦਾ ਕਿ ਡੀਲੈਕਸ ਲੈਣਾ ਚਾਹੀਦਾ? ਮੈਂ ਤੇ ਇਹ ਕਹਾਂਗਾ ਕਿ ਸਾਦਾ ਲਵੋ, ਡੀਲੈਕਸ ਤੋਂ ਬਚ ਜਾਓ। ਡਿਲੈਕਸ ਤੋਂ ਬਾਅਦ ਜਾਓ। ਕਿਉਂਕਿ ਵੇਖੋ ਨਾ, ਇਹ ਟਰੈਕਟਰ ਅਸੀਂ ਲਿਆ ਹੈ 4x4 ਡਿਲੈਕਸ, ਇਹ 6-7 ਲੱਖ ਰੁਪਈਆ ਜ਼ਿਆਦਾ ਲਾਇਆ ਤੇ ਇਹਨੂੰ ਤਕਰੀਬਨ ਅਸੀਂ ਕੋਈ 6-7 ਦਫਾ ਮਿਸਤਰੀ ਦੇ ਕੋਲ ਵੀ ਲੈ ਗਏ। ਅੱਜ ਵੀ ਮਿਸਤਰੀ ਆ ਵੇਖੋ ਮੌਜੂਦ ਅੱਜ ਆ ਵੀ ਮੌਕੇ ਮਿਸਤਰੀ ਤੇ। ਮੌਜੂਦ ਹੈ। ਬਾਕੀ ਵੀਡੀਓ ਦੇ ਅੰਦਰ ਜਿਹੜਾ ਦੋਸਤਾਂ ਸਾਦਾ ਨੂੰ ਲਿਆ ਦਿਖਾਵਾਂਗੇ, ਹੈ, ਕਸਕ ਸਹੀਆ ਕਰਦਾ ਵੀ। ਜਿਹੜਾ ਸਾਦਾ ਲਿਆ ਹੈ ਉਹ ਇੱਕ ਦਿਨ ਵੀ ਮਿਸਤਰੀ ਨਹੀਂ ਸਾਨੂੰ ਲਿਆਉਣ ਦੀ ਜ਼ਰੂਰਤ ਪਈ, ਉਹ ਚੱਲਦਾ ਪਿਆ। ਅਸੀਂ ਆਪਦੇ ਮੌਜੂਦ ਹਾਲਾਤ ਦੀ ਵਜ੍ਹਾ ਤੋਂ ਅਸੀਂ ਇਹ ਗੱਲ ਕਰਤੀ ਹੈ ਵੀ ਸਾਦਾ ਲੈਣਾ ਚਾਹੀਦਾ। ਸ਼ਾਇਦ ਹੋ ਸਕਦਾ ਹੈ ਕਈ ਲੋਕ ਜਿਹੜੇ ਨੂੰ ਡਿਲੈਕਸ ਨੂੰ ਮੰਨਦੇ ਹੋਣ, ਕਈਆਂ ਵਾਸਤੇ ਡਿਲੈਕਸ ਅੱਛਾ ਹੋਵੇ। ਰੋਡ ਵਾਸਤੇ ਸਹੀ। ਲਓ ਜੀ ਦੋਸਤੋ, ਸਾਦਾ 4x4 ਔਰ ਡਿਲੈਕਸ ਦੇ ਉੱਤੇ ਗੱਲਬਾਤ ਕੀਤੀ ਆਪਾਂ ਜ਼ਿਮੀਦਾਰ ਨਾਲ, ਔਰ ਬਿਲਕੁਲ ਇੰਡੀਆ ਦੇ ਬਾਰਡਰ ਤੋਂ ਤੁਹਾਡੇ ਨਾਲ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ। ਅਗਰ ਦੋਸਤੋ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਤੇ ਦੁਆਵਾਂ ਵਿੱਚ ਰੱਖਣਾ ਯਾਦ। ਓਕੇ, ਅੱਲਾਹ ਹਾਫਿਜ਼।